ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਭੈਰੋਂ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਨਾ। ਜਉ ਹਉ ਬਉਰਾ ਤਉ ਰਾਮ ਤੋਰਾ, ਲੋਗ ਮਰਮ ਕਹਿ ਜਾਣੇ ਮੋਰਾ। ਰਹਾਉ ਤੋਰੋ ਨ ਪਾਤੀ ਪੂਜੋ ਨ ਦੇਵਾ, ਰਾਮ ਭਗਤ ਬਿਨ ਨੀਫਲ ਸੇਵਾ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਹ ਸੁਖ ਪਾਵੋ। ਲੋਗ ਕਹੈ ਕਬੀਰ ਬਉਰਾਨਾ, ਕਬੀਰ ਕਾ ਮਰਹਮ ਰਾਮ ਪਹਿਚਾਨਾ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਅੱਜ ਅਸੀਂ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਹੈ, ਇਹ ਸ਼ਬਦ ਬਾਬਾ ਕਬੀਰ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਇਹਨਾਂ ਸ਼ਬਦਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਿਰ ਇੱਕ ਵਾਰ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਅਦਬ ਸਤਿਕਾਰ ਨਾਲ ਬੁਲੰਦ ਆਵਾਜ਼ ਵਿੱਚ ਇੱਕੋ ਵਾਰ ਕਹਿਣ ਤੇ ਬੁਲਾਓ ਫਤਿਹ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਪ੍ਰਥਾਏ ਬਾਬਾ ਕਬੀਰ ਜੀ ਨੇ ਬੜੀ ਕਮਾਲ ਦੀ ਵਿਚਾਰ ਦਿੱਤੀ ਹੈ। ਬਾਬਾ ਕਬੀਰ ਜੀ ਕਹਿੰਦੇ ਵੀ ਦੁਨੀਆ ਦੇ ਵਿੱਚ ਰੱਬ ਨੂੰ ਲੱਭਣ ਵਾਸਤੇ, ਰੱਬ ਦੀ ਪਹਿਚਾਣ ਕਰਨ ਵਾਸਤੇ ਲੋਕ ਸ਼ਰੀਰਾਂ ਦੇ ਮਗਰ ਤੁਰ ਰਹੇ ਨੇ, ਸ਼ਰੀਰਾਂ ਦੇ ਅੱਗੇ ਸਿਰ ਝੁਕਾ ਰਹੇ ਨੇ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ, ਸ਼ਬਦ ਨਾਲ ਜੋੜਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਾਰ ਸਾਨੂੰ ਇਹ ਗੱਲ ਸਮਝਾਈ ਗਈ ਹੈ। ਪਰ ਜਿਸ ਸ਼ਬਦ ਦੀ ਵਿਚਾਰ ਬਾਬਾ ਕਬੀਰ ਜੀ ਨੇ ਦਿੱਤੀ ਹੈ, ਉਹ ਬਾ ਕਮਾਲ ਹੈ। ਅੱਜ ਦੇ ਹਾਲਾਤਾਂ ਨੂੰ ਪੇਸ਼ ਕਰਦੇ ਹੋਏ ਇਹ ਸ਼ਬਦ ਜਿਹੜਾ ਹੈ ਉਹ ਬਹੁਤ ਹੀ ਰਾਖਵਾਂ ਤੇ ਢੁਕਦਾ ਹੈ ਸਾਡੇ ਜੀਵਨ ਦੇ ਵਿੱਚ। ਕਿਉਂਕਿ ਅਸੀਂ ਆਪਣੇ ਜੀਵਨ ਦੇ ਵਿੱਚ ਵੇਖਦੇ ਹਾਂ, ਆਮ ਜਦੋਂ ਅਸੀਂ YouTube ਦੇ ਵਿੱਚ ਸਰਚ ਮਾਰਦੇ ਹਾਂ ਜਾਂ ਪੰਜਾਬ ਦੇ ਹਾਲਾਤ ਵੇਖਦੇ ਹਾਂ, ਤੇ ਬਹੁਤ ਸਾਰੇ ਐਸੇ ਬਾਬੇ ਪਖੰਡੀ ਜਿਹੜੇ ਆਪਣੇ ਆਪ ਨੂੰ ਰੱਬ ਤੋਂ ਘੱਟ ਨਹੀਂ ਅਖਾਉਂਦੇ। ਉਹਨਾਂ ਵਾਸਤੇ ਬਾਬਾ ਕਬੀਰ ਜੀ ਨੇ ਇਹ ਸ਼ਬਦ ਵਰਤਿਆ ਵੀ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਵੀ ਲੋਕਾਂ ਨੇ ਰੱਬ ਨੂੰ ਇੱਕ ਖਿਡੌਣੇ ਤੋਂ ਵੱਧ ਨਹੀਂ ਸਮਝਿਆ। ਜਿਵੇਂ ਇੱਕ ਬੱਚਾ ਤੁਸੀਂ ਵੇਖੋ, ਨਿੱਕਾ ਜਿਹਾ ਬੱਚਾ ਉਹ ਖਿਡੌਣਿਆਂ ਨਾਲ ਖੇਡਦਾ, ਉਹਨੂੰ ਆਦਤ ਪਈ ਹੁੰਦੀ ਆ ਵੀ ਉਹ ਖਿਡੌਣੇ ਨਾਲ ਖੇਡਦਾ। ਜਿਉਂ ਉਹ ਖਿਡੌਣੇ ਦੇ ਵਿੱਚ ਜਿੰਨੀ ਬੈਟਰੀ ਹੁੰਦੀ ਹੈ ਉਨੀ ਦੇਰ ਉਹ ਖਿਡੌਣੇ ਨਾਲ ਖੇਡਦਾ ਹੈ। ਜਦੋਂ ਉਹਦੀ ਬੈਟਰੀ ਮੁੱਕ ਜਾਂਦੀ ਹੈ ਉਹਨੂੰ ਛੱਡ ਕੇ ਪਰਾਂ ਕਰਦਾ ਹੈ। ਅੱਜ ਵੀ ਸਮਾਜ ਦੇ ਵਿੱਚ ਇਹ ਵੇਖਣ ਨੂੰ ਮਿਲ ਰਿਹਾ ਵੀ ਜਦੋਂ ਰੱਬ ਦੀ ਲੋੜ ਹੁੰਦੀ ਹੈ, ਗੁਰਦੁਆਰੇ ਜਾਂਦੇ ਹਾਂ, ਸਿਰ ਝੁਕਾਉਂਦੇ ਹਾਂ, ਨਮਸਕਾਰ ਕਰਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਜਦੋਂ ਕੰਮ ਨਿਬੜ ਜਾਂਦਾ ਹੈ ਫਿਰ ਅਸੀਂ ਉਸ ਰੱਬ, ਉਸ ਅਕਾਲ ਪੁਰਖ ਨੂੰ ਵਿਸਰ ਜਾਂਦੇ ਹਾਂ, ਯਾਨੀ ਉਹਨਾਂ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ। ਫਿਰ ਜਾ ਕੇ ਅਸੀਂ ਕਿਸੇ ਪਖੰਡੀ, ਕਿਸੇ ਬਾਬੇ ਦੇ ਮਗਰ ਲੱਗਣਾ ਸ਼ੁਰੂ ਕਰ ਦਿੰਦੇ ਹਾਂ। ਤੇ ਇਸ ਸ਼ਬਦ ਦੇ ਵਿੱਚ ਬਾਬੇ ਕਬੀਰ ਨੇ ਬੜੀ ਕਮਾਲ ਦੀ, ਬੜੀ ਬਰੀਕ ਵਿਚਾਰ ਦਿੱਤੀ ਹੈ। ਬਾਬਾ ਕਬੀਰ ਜੀ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਨਾ। ਵੇਖੋ ਅੱਜ ਦਾ ਯੁੱਗ ਕਿਹੋ ਜਿਹਾ ਹੈ। ਲੋਕ ਪਹਿਰਾਵੇ ਦੇ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਉਹਨਾਂ ਦਾ ਪੈ ਚੁੱਕਿਆ ਹੈ ਕਿ ਅੱਜ ਪਹਿਰਾਵੇ ਨੂੰ, ਜਿਹਨੇ ਸੋਹਣਾ ਪਹਿਰਾਵਾ ਪਾਇਆ ਹੋਵੇ, ਜਿਹਨੇ ਲੰਬਾ ਚੋਲਾ ਪਾਇਆ ਹੋਵੇ, ਹੱਥ ਦੇ ਵਿੱਚ ਇੱਕ ਮਾਲਾ ਫੜੀ ਹੋਵੇ, ਗੜਵਾ ਫੜਿਆ ਹੋਵੇ, ਉਹਨੂੰ ਲੋਕ ਕਹਿੰਦੇ ਵੀ ਇਹ ਰੱਬ ਦਾ ਕੋਈ ਚੰਗਾ ਰੂਪ ਹੈ, ਜਾਂ ਇਹਨੂੰ ਰੱਬ ਦਾ ਰੂਪ ਹੀ ਕਹਿਣ ਤੇ ਕੋਈ ਗੁਰੇਜ਼ ਨਹੀਂ ਕਰਦੇ। ਤੇ ਇਹ ਅੱਜ ਸਾਡੇ ਵਾਸਤੇ ਬਹੁਤ ਸੋਚਣ ਦੀ ਤੇ ਵਿਚਾਰਨ ਦੀ ਲੋੜ ਹੈ ਕਿ ਇਹ ਜਦੋਂ ਬਾਬੇ ਕਬੀਰ ਨੇ ਇਹ ਸ਼ਬਦ ਵਰਤਿਆ ਹੋਵੇਗਾ, ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਉਹ ਸਮਾਂ ਕਿਹੋ ਜਿਹਾ ਹੋਵੇਗਾ। ਕਿੰਨੇ ਮਰਦ ਹੋਣਗੇ ਬਾਬੇ ਕਬੀਰ ਜੀ ਨੇ, ਜਿਹੜਾ ਉਸ ਸਮੇਂ ਪਖੰਡਵਾਦ ਲੋਕਾਂ ਦੇ ਸਾਹਮਣੇ ਉਹ ਪਖੰਡੀ ਕਰਦੇ ਸਨ, ਤੇ ਬਾਬੇ ਕਬੀਰ ਵਰਗੇ ਮਰਦ ਯੋਧਿਆਂ ਨੇ ਉਹਨਾਂ ਦੇ ਇਸ ਪਖੰਡ ਨੂੰ ਬੰਦ ਕਰਨ ਵਾਸਤੇ ਇਸ ਸ਼ਬਦ ਦਾ ਉਚਾਰਨ ਕੀਤਾ। ਤੇ ਬਾਬੇ ਕਬੀਰ ਨੇ ਕਿਹਾ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਵੀ ਰੱਬ ਨੂੰ ਲੋਕਾਂ ਨੇ ਖਿਡੌਣਾ ਬਣਾ ਕੇ ਰੱਖਤਾ ਹੈ।
ਅੱਗੇ ਬਾਬੇ ਕਬੀਰ ਜੀ ਨੇ ਬੜੀ ਕਮਾਲ ਦੀ ਵਿਚਾਰ, ਕਹਿੰਦੇ ਜੌਂ ਹੋਂ ਬੌਰਾ ਤੋ ਰਾਮ ਤੋਰਾ। ਮੈਨੂੰ ਲੋਕੀ ਪਾਗਲ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਉਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਬਾਬਾ ਕਬੀਰ ਜਿਹੜਾ ਵੇ ਇੱਕ ਦੀ ਵਿਚਾਰ ਕਰਦਾ ਹੈ, ਇੱਕ ਅਕਾਲ ਪੁਰਖ ਦੀ ਗੱਲ ਕਰਦਾ ਹੈ। ਤੇ ਲੋਕ ਉਸ ਵੇਲੇ ਜਦੋਂ ਉਸ ਤਰ੍ਹਾਂ ਦਾ ਸਮਾਂ ਸੀ, ਲੋਕ ਬੜੇ ਲੋਕਾਂ ਦੇ ਪੈਰੀ ਹੱਥ ਲਾਉਂਦੇ ਸਨ। ਪਤਾ ਨਹੀਂ ਕਿੰਨੇ ਹੀ ਰੱਬ ਬਣਾ ਕੇ ਇਸ ਸੰਸਾਰ ਦੇ ਵਿੱਚ ਬਹਿ ਗਏ ਸਨ, ਵੀ ਕੋਈ ਕਹਿੰਦਾ ਇਹ ਰੱਬ ਹੈ, ਕੋਈ ਕਹਿੰਦਾ ਇਹ ਰੱਬ ਹੈ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਪੜ੍ਹੀ, ਸਾਨੂੰ ਸਮਝ ਲੱਗੀ ਵੀ ਰੱਬ ਦੀ ਅਸਲ ਡੈਫੀਨੇਸ਼ਨ ਕੀ ਹੈਗੀ ਹੈ। ਇਹ ਤਾਂ ਬਾਬਾ ਕਬੀਰ ਜੀ ਨੇ ਸਾਨੂੰ ਇੱਕ ਜਾਗਰੂਕ ਪੱਖ ਦੇਣ ਵਾਸਤੇ, ਸਾਨੂੰ ਸਮਝਾਉਣ ਵਾਸਤੇ ਇੱਕ ਨਿੱਕੀ ਜਿਹੀ ਉਦਾਹਰਨ ਦਿੱਤੀ ਹੈ ਇਸ ਸ਼ਬਦ ਦੇ ਰਾਹੀਂ, ਕਿ ਸਾਨੂੰ ਸਮਝ ਲੱਗ ਸਕੇ ਕਿ ਸ਼ਰੀਰਾਂ ਦੇ ਮਗਰ ਨਾ ਲੱਗੋ। ਤੁਸੀਂ ਆਪਣੀ ਮਤ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਸ਼ਬਦ ਦੇ ਨਾਲ ਲੱਗੋ, ਵੇਖੋ ਫਿਰ ਤੁਹਾਡਾ ਜੀਵਨ ਕਿੱਦਾਂ ਸੁਹਿਲਾ ਹੋਵੇਗਾ। ਫਿਰ ਤੁਹਾਨੂੰ ਪਤਾ ਲੱਗੇਗਾ ਵੀ ਸ਼ਬਦ ਗੁਰੂ ਹੈ। ਫਿਰ ਤੁਹਾਨੂੰ ਪਤਾ ਲੱਗੇਗਾ ਸਰੀਰ ਗੁਰੂ ਨਹੀਂ ਹੈ, ਗਿਆਨ ਗੁਰੂ ਹੈ। ਅਸੀਂ ਇਹ ਗੱਲ ਆਮ ਤੌਰ ਦੇ ਵਿੱਚ ਵੇਖਣ ਨੂੰ ਸਾਨੂੰ ਮਿਲਦਾ ਹੈ ਕਿ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਬਾਬੇ, ਅੱਜ 17,500 ਜਿਹੜੇ ਨੇ ਪੰਜਾਬ ਦੇ ਵਿੱਚ ਬਾਬੇ ਆਪਣੇ ਆਪ ਨੂੰ ਰੱਬ ਅਖਾ ਕੇ ਅੱਜ ਪੰਜਾਬ ਦੇ ਵਿੱਚ ਕਬਜ਼ ਹੋ ਕੇ ਬੈਠੇ ਨੇ। ਉਹਨਾਂ ਨੇ ਆਪਣਾ ਇੱਕ ਇੱਕ ਡੇਰਾ ਖੋਲ੍ਹਿਆ ਹੋਇਆ ਹੈ। ਲੋਕ ਜਾਂਦੇ ਨੇ, ਕੋਈ ਅਰਦਾਸ ਆਪਣੇ ਪੁੱਤਰ ਵਾਸਤੇ ਕਰਾਉਂਦਾ ਹੈ, ਕੋਈ ਕੰਮਕਾਜ ਵਾਸਤੇ ਕਰਾਉਂਦਾ ਹੈ। ਪਰ ਜਿਨੇ ਇਸ ਸਰੀਰ ਦਿੱਤਾ ਅਕਾਲ ਪੁਰਖ ਨੇ, ਜਿਨੇ ਸਾਨੂੰ ਅੱਖਾਂ ਦਿੱਤੀਆਂ, ਇਹ ਕੰਨ ਸੁਣਨ ਵਾਸਤੇ ਦਿੱਤੇ, ਜ਼ੁਬਾਨ ਬੋਲਣ ਵਾਸਤੇ ਦਿੱਤੀ, ਉਹਦਾ ਨਮਸਕਾਰ ਕਰਨਾ, ਉਹਦਾ ਸ਼ੁਕਰਾਨਾ ਕਰਨਾ ਕਦੀ ਅਸੀਂ ਲਾਜ਼ਮੀ ਨਹੀਂ ਸਮਝਿਆ, ਜਿਹਦਾ ਨੁਕਸਾਨ ਅੱਜ ਸਾਡੇ ਸਮਾਜ ਦੇ ਵਿੱਚ ਵੀ ਹੋ ਰਿਹਾ ਹੈ। ਸਾਧ ਸੰਗਤ ਜੀ, ਸਾਨੂੰ ਜਾਗਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਕੀ ਹੈ। ਬਹੁਤ ਪਿਆਰੇ ਬਚਨ ਬਾਬਾ ਕਬੀਰ ਜੀ ਅੱਗੇ ਕਹਿੰਦੇ, ਲੋਕ ਕਹੇ ਕਬੀਰ ਬੋਰਾਨਾ ਪਰ ਕਬੀਰ ਕਾ ਮਰਹਮ ਰਾਮ ਪਛਾਣਾ। ਬਾਬੇ ਕਬੀਰ ਨੇ ਕਿਹਾ, ਲੋਕ ਮੈਨੂੰ ਪਾਗਲ ਕਹਿੰਦੇ ਨੇ। ਕਹਿੰਦੇ ਹਾਂ, ਮੈਨੂੰ ਕੋਈ ਪਰਵਾਹ ਨਹੀਂ, ਲੋਕ ਮੈਨੂੰ ਪਾਗਲ ਕਹਿੰਦੇ ਨੇ, ਇਹਦੇ ਵਿੱਚ ਕੋਈ ਮੈਨੂੰ ਟੈਨਸ਼ਨ ਨਹੀਂ। ਕਿਉਂ? ਜੌਂ ਹੋਂ ਬੌਰਾ ਤੋ ਰਾਮ ਤੋਰਾ। ਕਹਿੰਦੇ ਹੇ ਪਰਮਾਤਮਾ ਅਕਾਲ ਪੁਰਖ ਜੀ, ਜੇ ਮੈਨੂੰ ਕੋਈ ਪਾਗਲ ਕਹਿੰਦਾ ਵੀ ਹੈ, ਮੈਨੂੰ ਉਹਦੇ ਵਿੱਚ ਕੋਈ ਸੰਕੋਚ ਨਹੀਂ, ਕੋਈ ਸ਼ਰਮ ਨਹੀਂ, ਕਿਉਂਕਿ ਜੇ ਮੈਂ ਬੌਰਾ ਵਾਂ, ਜੇ ਮੈਂ ਪਾਗਲ ਹਾਂ, ਤੇ ਮਾਲਕ ਜੀ ਤੁਹਾਡੇ ਪਿੱਛੇ ਪਾਗਲ ਹਾਂ। ਜੌਂ ਹੋਂ ਬੌਰਾ ਤੋ ਰਾਮ ਤੋਰਾ, ਲੋਕ ਮਰਮ ਕਿਆ ਜਾਣ। ਲੋਕਾਂ ਨੂੰ ਕੀ ਪਤਾ ਮੇਰੇ ਅੰਦਰ ਦੇ ਦਰਦ ਦਾ, ਮੇਰੇ ਅੰਦਰ ਦੇ ਅਹਿਸਾਸ ਦਾ, ਲੋਕਾਂ ਨੂੰ ਕੱਖ ਨਹੀਂ ਪਤਾ। ਜਿਹੜੀ ਫੀਲਿੰਗਸ ਮੈਂ ਚੱਕ ਰਿਹਾ, ਬਾਬਾ ਕਬੀਰ ਜੀ ਕਹਿੰਦੇ ਨੇ, ਇਹ ਲੋਕਾਂ ਨੂੰ ਹੁਣ ਤੱਕ ਸਮਝ ਨਹੀਂ ਆ ਰਹੀ। ਲੋਕ ਤੇ ਦਿਖਾਵੇ ਦੇ ਵਿੱਚ, ਅੱਜ ਤੁਸੀਂ ਵੇਖੋ ਸਾਡੇ ਸਮਾਜ ਦੇ ਵਿੱਚ ਦਿਖਾਵਾਪਣ ਬਹੁਤ ਜ਼ਿਆਦਾ ਹੋ ਗਿਆ। ਵੀ ਜਿੱਥੇ ਤੁਸੀਂ ਵੇਖੋ, ਜਿੱਥੇ ਬਹੁਤ ਜ਼ਿਆਦਾ ਅੰਬਾਰ ਲੱਗਿਆ ਹੋਵੇ ਨਾ, ਭੀੜ ਲੱਗੀ ਹੋਵੇ, ਅਸੀਂ ਸੋਚਦੇ ਹਾਂ ਵੀ ਪਤਾ ਨਹੀਂ ਇੱਥੇ ਕੀ ਚੀਜ਼ ਹੈ। ਕੋਈ ਮਾਰਕੀਟ ਲੈ ਲਓ, ਬਹੁਤ ਸਾਰੀਆਂ ਉਦਾਹਰਨਾਂ ਨੇ। ਤੁਸੀਂ ਰੈਸਟੋਰੈਂਟ ਤੇ ਜਾਓ, ਤੁਸੀਂ ਵੇਖੋ ਦੁਨੀਆ ਦੇ ਵਿੱਚ ਕਿਹੋ ਜਿਹੇ ਲੋਕ ਜਿਉਂਦੇ ਨੇ। ਰੈਸਟੋਰੈਂਟ ਦੇ ਵਿੱਚ ਕੋਈ ਲੋਕ ਨਾ, ਕਈਆਂ ਦੇ ਜਿਹੜੇ ਸਮਝਦਾਰ ਨੇ, ਪੜ੍ਹੇ ਲਿਖੇ ਨੇ, ਰੈਸਟੋਰੈਂਟ ਦੇ ਵਿੱਚ ਜਾਂਦੇ ਨੇ ਨਾ, ਤੇ ਉਹਨੂੰ ਇੱਕ ਕਿਤਾਬ ਦਿੱਤੀ ਜਾਂਦੀ ਹੈ ਵੀ ਤੁਸੀਂ ਇਹਦੇ ਵਿੱਚ ਚੁਆਇਸ ਕਰਕੇ ਖਾਣਾ, ਕੀ ਖਾਣਾ ਤੁਸੀਂ ਦੱਸੋ। ਪਰ ਜਿਹੜੇ ਅਨਪੜ੍ਹ ਹੁੰਦੇ ਨੇ, ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ ਨਾ, ਉਹ ਲੋਕ ਪਤਾ ਕੀ ਕਰਦੇ ਨੇ, ਉਹ ਲੋਕ ਦੂਜਿਆਂ ਦੀ ਥਾਲੀ ਵੱਲ ਝਾਤੀ ਮਾਰਦੇ ਨੇ ਵੀ ਦੂਜਾ ਕੀ ਖਾ ਰਿਹਾ, ਮੈਂ ਵੀ ਉਹੀ ਖਾਣਾ। ਇਹ ਅੱਜ ਸਮਾਜ ਦੇ ਵਿੱਚ ਵੰਡਣਾ, ਤੇ ਅੱਜ ਪਰਮਾਤਮਾ ਦੇ ਨਾਮ ਦੇ ਵਿੱਚ ਵੀ ਇਦਾਂ ਦਾ ਕੰਮ ਕੀਤਾ ਜਾ ਰਿਹਾ ਹੈ। ਅੱਜ ਰੱਬ ਦੇ ਨਾਂ ਤੇ ਵੀ ਵੰਡੀਆਂ ਪਾਈਆਂ ਜਾ ਰਹੀਆਂ ਨੇ, ਰੱਬ ਦੇ ਨਾਂ ਤੇ ਵੀ ਗੁੰਮਰਾਹ ਲੋਕਾਂ ਨੂੰ ਕੀਤਾ ਜਾ ਰਿਹਾ ਹੈ। ਇਹੀ ਚੀਜ਼ ਤੇ ਅੱਜ ਸਮਝਣ ਦੀ ਸਾਨੂੰ ਲੋੜ ਹੈ ਵੀ ਰੱਬ ਤੇ ਸਾਡੇ ਅੰਦਰ ਬੈਠਾ, ਅਸੀਂ ਬਾਹਰ ਕਿੱਥੇ ਲੱਭਦੇ ਹਾਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਇਹ ਗੱਲ ਸਾਨੂੰ ਸਮਝਾਈ। ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਦੇ ਵਿੱਚ ਸਾਨੂੰ ਰੱਬ ਦੇ ਅਸਲ ਹੋਂਦ ਦੇ ਬਾਰੇ ਸਮਝਾਇਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਰੱਬ ਕਮਲਿਆ, ਤੇਰੇ ਅੰਦਰ ਰੱਬ ਬੈਠਾ, ਬਾਹਰ ਤੂੰ ਕਿੱਥੇ ਝਾਤੀ ਮਾਰਨ ਜਾਣਾ। ਪਰ ਅੱਜ ਬਾਬੇ ਕਬੀਰ ਵਰਗੇ ਯੋਧਿਆਂ ਨੂੰ ਉੱਠ ਕੇ ਇਹ ਗੱਲ ਕਹਿਣੀ ਪਈ, ਜੌਂ ਹੋਂ ਬੌਰਾ ਤੋ ਰਾਮ ਤੋਰਾ, ਲੋਗ ਮਰਮ ਕਿਆ ਜਾਣੇ ਮੋਰਾ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ। ਬਾਬੇ ਕਬੀਰ ਜੀ ਕੋਲ ਚਿੜ ਇਸ ਕਰਕੇ ਸੀ ਕਿਉਂਕਿ ਬਾਬਾ ਕਬੀਰ ਫੁੱਲ ਤੋੜ ਕੇ ਰੱਬ ਦੀ ਪੂਜਾ ਕਰਕੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਸੀ ਕਰਦਾ। ਅੱਜ ਵੇਖੋ, ਅੱਜ ਸਾਡੇ ਸਮਾਜ ਦੇ ਵਿੱਚ ਰੱਬ ਨੂੰ ਖੁਸ਼ ਕਰਨ ਦੇ ਬੜੇ ਯਤਨ ਕੀਤੇ ਜਾ ਰਹੇ ਨੇ। ਕੋਈ ਰੱਬ ਨੂੰ ਪੈਸਿਆਂ ਪਾ ਕੇ ਖੁਸ਼ ਕਰ ਰਿਹਾ, ਕੋਈ ਉਹਨੂੰ ਜਿਹੜਾ ਇਹ ਫੁੱਲ ਰੱਖ ਕੇ ਖੁਸ਼ ਕਰ ਰਿਹਾ, ਕੋਈ 100 ਦੀ ਮਾਲਾ ਪਾ ਰਿਹਾ, ਕੋਈ 500 ਦੀ ਪਾ ਰਿਹਾ, ਕੋਈ 1000 ਦੀ ਪਾ ਰਿਹਾ। ਪਰ ਰੱਬ ਇਦਾਂ ਖੁਸ਼ ਨਹੀਂ ਹੁੰਦਾ। ਰੱਬ ਨੂੰ ਜੇ ਖੁਸ਼ ਕਰਨਾ ਹੈ ਤੇ ਰੱਬ ਦੇ ਦਿੱਤੇ ਹੋਏ ਗੁਣਾਂ ਮੁਤਾਬਕ ਸਾਨੂੰ ਜ਼ਿੰਦਗੀ ਜੀਣੀ ਪੈਣੀ, ਰੱਬ ਦੇ ਅਸੂਲਾਂ ਤੇ ਤੁਰਨਾ ਪੈਣਾ।
ਰੱਬ ਦੇ ਜਿਹੜੇ ਨਿਯਮ ਨੇ ਉਹਦੇ ਮੁਤਾਬਕ ਸਾਨੂੰ ਚੱਲਣਾ ਪੈਣਾ। ਵੇਖੋ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਦੀ ਅੱਜ ਲੋਕਾਂ ਨੂੰ ਚਿੜ ਇਸੇ ਗੱਲ ਕੇ ਸੀ ਜਦੋਂ ਬਾਬਾ ਕਬੀਰ ਵਰਗੇ ਯੋਧਿਆਂ ਨੇ ਇਹ ਗੱਲ ਕਹੀ, ਤੋਰੋ ਨਾ ਪਾਤੀ, ਮੈਂ ਕੋਈ ਪੱਤੇ ਤੋੜ ਕੇ ਰੱਬ ਨੂੰ ਖੁਸ਼ ਨਹੀਂ ਕਰਦਾ। ਉਹਦੇ ਸਾਹਮਣੇ ਜਾ ਕੇ ਮੈਂ ਇਦਾਂ ਫੁੱਲ ਰੱਖ ਕੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਮੈਂ ਕਿਸੇ ਦੇਵੀ ਦੇਵਤੇ ਅੱਗੇ ਸਿਰ ਨਹੀਂ ਝੁਕਾਉਂਦਾ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ। ਇੱਕ ਰਾਮ, ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਵਿਅਰਥ ਹੈ, ਬੇਕਾਰ ਹੈ। ਇਹ ਗੱਲ ਅੱਜ ਬਾਬਾ ਕਬੀਰ ਜੀ ਸਾਨੂੰ ਸਮਝਾਉਣਾ ਚਾਹ ਰਹੇ ਨੇ। ਸਾਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਜੋ ਹੋਂ ਬੋਰਾ ਤੂੰ ਰਾਮ ਤੋਰਾ, ਲੋਗ ਮਰਮ ਕਿਆ ਜਾਣੇ ਮੋਰਾ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨੀਫਲ ਸੇਵਾ। ਸਤਿਗੁਰ ਪੂਜੋ, ਕਹਿੰਦੇ ਮੈਂ ਤੇ ਉਸ ਪਰਮਾਤਮਾ ਅਕਾਲ ਪੁਰਖ ਨੂੰ ਹੀ ਪੂਜਦਾ ਵਾਂ, ਉਹਦੀ ਹੀ ਪੂਜਾ ਕਰਦਾ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਮੈਂ ਉਹਨੂੰ ਹੀ ਮਨਾਨਾ ਵਾਂ। ਜਿਹੜੇ ਮੇਰੀ ਮਨ ਦੀ ਗੱਲ ਹੁੰਦੀ ਹੈ ਨਾ, ਮੈਂ ਉਹਦੇ ਅੱਗੇ ਇਹ ਹੱਥ ਜੋੜ ਕੇ ਉਹਨੂੰ ਦੱਸਦਾ ਵਾਂ। ਹੋਰ ਮੈਨੂੰ ਕਿਸੇ ਤੋਂ ਕੋਈ ਆਸ ਨਹੀਂ, ਕਿਉਂਕਿ ਦੁਨੀਆ ਦੇ ਵਿੱਚ ਬੜੇ ਲੋਕਾਂ ਨੇ, ਅੱਜ ਸਮਾਜ ਦੇ ਵਿੱਚ ਵੀ ਬੜੇ ਲੋਕ, ਅੱਜ ਵੇਖੋ ਤੁਸੀਂ ਪੰਜਾਬ ਦੇ ਵਿੱਚ ਜਦੋਂ ਨਿਗਾਹ ਮਾਰੋ ਨਾ, ਤੇ ਪੰਜਾਬ ਦੇ ਵਿੱਚ ਬੜੇ ਐਸੇ ਬਾਬੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਦਰ ਦੇ ਵਿੱਚ ਆਓ, ਸਾਡੇ ਡੇਰੇ ਦੇ ਵਿੱਚ ਆਓ, ਤੁਹਾਨੂੰ ਪੁੱਤਰ ਦੀ ਦਾਤ ਮਿਲੇਗੀ, ਤੁਹਾਨੂੰ ਤੁਹਾਡੇ ਕਾਰੋਬਾਰਾਂ ਦੇ ਵਿੱਚ ਵਾਧੇ ਹੋਣਗੇ। ਤੁਸੀਂ ਵੇਖੋ ਅੱਜ ਬਹੁਤ ਸਾਰੇ ਬਾਬੇ ਜਿਹੜੇ ਨੇ ਨਾ ਪੰਜਾਬ ਦੇ ਵਿੱਚ, ਵੱਖਰੇ ਵੱਖਰੇ ਡੇਰੇ ਬਣੇ ਨੇ, ਲੋਕ ਜਾਂਦੇ ਨੇ ਉਹਨਾਂ ਕੋਲ। ਤੁਸੀਂ ਵੇਖੋ ਹੁਣ ਅੰਦਾਜ਼ਾ ਲੋਕਾਂ ਦੀ ਕਿਉਂ ਉਹਨਾਂ ਪ੍ਰਤੀ ਇੰਨੀ ਜ਼ਿਆਦਾ ਭਾਵਨਾ ਬਣ ਜਾਂਦੀ ਹੈ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਰੱਖਣਾ ਚਾਹ ਰਿਹਾ। ਤੁਸੀਂ ਵੇਖੋ ਵੀ ਜਦੋਂ ਉਸ ਡੇਰੇ ਦੇ ਵਿੱਚ ਲੋਕ ਜਾਂਦੇ ਨੇ ਕੁਝ ਆਸ ਲੈ ਕੇ, ਹੁਣ ਆਸ ਲੈ ਕੇ ਜਾਂਦੇ ਨੇ, ਬਾਬਾ ਜੀ ਅੱਗੇ ਅਰਦਾਸ ਕਰਦੇ। ਮੰਨ ਲਓ 100 ਬੰਦਾ ਉੱਥੇ ਗਿਆ, ਹੁਣ ਕਿਸੇ ਦੇ ਘਰ ਉਹ 100 ਬੰਦੇ ਦੇ ਵਿੱਚ ਕਿਸੇ ਦੇ ਘਰ ਔਲਾਦ ਨਹੀਂ, ਜੇ 20 ਦੇ ਘਰ ਵੀ ਔਲਾਦ ਹੋ ਜਾਂਦੀ ਹੈ ਤੇ ਉਹਨਾਂ ਨੇ ਇਹ ਗੱਲ ਕਹਿਣੀ ਵੀ ਅਸੀਂ ਬਾਬੇ ਦੇ ਘਰ ਗਏ ਸਾਂ ਨਾ, ਬਾਬਾ ਜੀ ਦੇ ਕੋਲ, ਬਾਬੇ ਦੇ ਦਰ ਗਏ ਸਾਂ, ਤਾਂ ਜਾ ਕੇ ਸਾਨੂੰ ਜਿਹੜੀ ਹੈ ਸਾਡੇ ਘਰ ਦੇ ਵਿੱਚ ਔਲਾਦ ਹੋਈ ਹੈ। ਹੁਣ 20 ਦਾ ਤਾਂ ਮਨ ਜਿਹੜਾ ਹੈ ਪੱਕਾ ਉਸ ਬਾਬੇ ਦੇ ਪ੍ਰਤੀ ਹੋ ਗਿਆ, ਪਰ ਜਿਹੜੇ 80 ਸੇ ਨਾ, ਉਹ 80 ਦੇ ਮੂੰਹ ਦੇ ਵਿੱਚੋਂ, ਜ਼ੁਬਾਨ ਦੇ ਵਿੱਚ ਇਹ ਆਈ ਸ਼ਾਇਦ ਸਾਡੇ ਕਰਮਾਂ ਦੇ ਵਿੱਚ ਨਹੀਂ ਹੈਗਾ। ਹੁਣ ਸੋਚੋ ਜੇ ਕਰਮ ਦੀ ਗੱਲ ਹੈ, ਜੇ ਉਹਨਾਂ ਕੋਲ ਜਾ ਕੇ ਹੀ ਸਾਨੂੰ ਕੁਝ ਪ੍ਰਾਪਤੀ ਹੋਣੀ ਹੈ, ਤੇ ਬੇਬੇ ਨਾਨਕੀ ਬੇ ਔਲਾਦ ਰਹੀ ਸਾਰੇ ਸੰਸਾਰ ਦੇ ਵਿੱਚ। ਅੱਜ ਦੁਨੀਆ ਦੇ ਵਿੱਚ ਬੇਬੇ ਨਾਨਕੀ ਦਾ ਨਾਮ ਹੈ ਬਿਨਾ ਪੁੱਤਰ ਤੇ ਬਿਨਾ ਧੀ ਦੇ ਵਿੱਚ। ਇਹ ਸਾਨੂੰ ਕਦੋਂ ਸਮਝ ਆਵੇਗੀ ਇਸ ਗੱਲ ਦੀ? ਇਸ ਗੱਲ ਬਾਰੇ ਸਾਨੂੰ ਸਾਡੇ ਦਿਮਾਗ 'ਚ ਇਹ ਗੱਲ ਕਦੋਂ ਪਵੇਗੀ? ਸਰੀਰਾਂ ਦੇ ਮਗਰ ਭੱਜ ਕੇ ਸਾਨੂੰ ਨਾ ਤੇ ਅੱਜ ਤੱਕ ਕੁਝ ਮਿਲਿਆ ਤੇ ਨਾ ਕਦੀ ਮਿਲਣਾ। ਸਮਝ ਲੱਗੀ ਜਦੋਂ ਸਮਝ ਆਵੇ ਨਾ, ਹੁਣ ਤੁਸੀਂ ਵੇਖੋ ਕੋਈ ਵੀ ਚੀਜ਼ ਹੈ, ਜਦੋਂ ਅਸੀਂ ਉਸ ਚੀਜ਼ ਨੂੰ ਸਮਝਦੇ ਹਾਂ ਨਾ, ਮੰਨ ਲਓ ਨਿੱਕਾ ਜਿਹਾ ਕੋਈ ਮੋਬਾਈਲ ਹੀ ਹੈ, ਕੋਈ ਮੋਬਾਈਲ ਹੋਵੇ, ਅਸੀਂ ਉਹਦੇ ਬਾਰੇ ਜਾਣਦੇ ਕੁਝ ਨਾ, ਔਰ ਉਸ ਤੋਂ ਬਾਅਦ ਅਸੀਂ ਕਹੀਏ ਜਾਈਏ ਵੀ ਸਾਨੂੰ ਇਹਦੇ ਬਾਰੇ ਸਾਰਾ ਕੁਝ ਪਤਾ ਹੈ। ਫਿਰ ਉਹਨੂੰ ਆਖੀਏ ਵੀ ਦੱਸ ਇਸ ਫੀਚਰ ਦੇ ਬਾਰੇ ਤੈਨੂੰ ਕੀ ਪਤਾ, ਉਹ ਅੱਗੋਂ ਜਵਾਬ ਦੇ ਵੀ ਮੈਨੂੰ ਇਹਦੇ ਬਾਰੇ ਪਤਾ ਨਹੀਂ। ਇਹਦਾ ਮਤਲਬ ਉਹਨੂੰ ਉਸ ਫੀਚਰ ਦੇ ਬਾਰੇ ਕੱਖ ਨਹੀਂ ਪਤਾ। ਅੱਜ ਇਦਾਂ ਹੀ ਰੱਬ ਨਾਲ ਹੋ ਰਿਹਾ, ਰੱਬ ਦੇ ਬਾਰੇ ਪਤਾ ਕੱਖ ਨਹੀਂ, ਪਰ ਕਹਿੰਦਾ ਜੀ ਮੈਨੂੰ ਤੇ ਸਾਰਾ ਕੁਝ ਪਤਾ ਹੈ, ਮੈਨੂੰ ਤੇ ਸਾਰਾ ਗਿਆਨ ਹੈ ਜੀ। ਲੋਗਨ ਰਾਮ ਖਿਲਾਉਣਾ ਜਾਣਾ, ਇਸੇ ਤਰੀਕੇ ਨਾਲ ਰੱਬ ਨੂੰ ਅੱਜ ਖਿਡੌਣਿਆਂ ਵਾਂਗੂ ਖੇਡ ਕੇ ਵਰਤਿਆ ਜਾ ਰਿਹਾ। ਕੰਮ ਹੋ ਗਿਆ ਤਾਂ ਸ਼ੁਕਰਾਨੇ ਵਜੋਂ ਗੁਰਦੁਆਰੇ ਗਏ, ਅਰਦਾਸ ਕੀਤੀ, ਕੜਾ ਪ੍ਰਸ਼ਾਦ ਲਿਆ, ਚਲੋ ਵੀ। ਪਰ ਜੇ ਕੰਮ ਨਹੀਂ ਨਿਬੜਿਆ ਤੇ ਜਿੰਨੀਆਂ ਲਾਹਨਤਾਂ ਗੁਰੂ ਨੂੰ ਪਾਣੀਆਂ, ਜਿੰਨੀਆਂ ਗਾਲਾਂ ਗੁਰੂ ਨੂੰ ਕੱਢਦੀਆਂ, ਪਰ ਬਾਬੇ ਨੂੰ ਗਾਲ ਨਹੀਂ ਕੱਢਣੀ। ਤੁਸੀਂ ਵੇਖੋ ਅੱਜ ਤੱਕ ਕਦੀ ਕੋਈ ਸਰੀਰ ਨੂੰ ਗਾਲ ਨਹੀਂ ਕੱਢਦਾ। ਜਿਹੜਾ ਬਾਬਾ, ਜਿਹੜਾ ਪਖੰਡੀ ਲੋਕਾਂ ਨੂੰ ਭਰਮਾਂ 'ਚ ਪਾਉਂਦਾ, ਉਹਨੂੰ ਕੋਈ ਨਹੀਂ ਗਾਲ ਕੱਢਦਾ, ਉਹਦੇ ਖਿਲਾਫ ਕੋਈ ਨਹੀਂ ਜਾਂਦਾ। ਅੱਜ ਸਾਡੇ ਘਰ ਦੇ ਵਿੱਚ ਕੋਈ ਬਿਪਤਾ ਪੈ ਜਾਵੇ, ਸਾਡੇ ਘਰ ਦੇ ਵਿੱਚ ਕੋਈ ਨੌਜਵਾਨ ਜਾਂ ਬੱਚਾ ਜਾਂ ਬੱਚੀ ਚੜ੍ਹਾਈ ਕਰ ਜਾਏ, ਅਸੀਂ ਰੱਬ ਨੂੰ ਕੋਸਣ ਤੋਂ ਨਹੀਂ ਹਟਦੇ। ਇਹ ਸਾਡਾ ਨੇਚਰ ਬਣ ਚੁੱਕਿਆ ਹੈ। ਕਿਉਂ ਇਦਾਂ ਦਾ ਕਾਰਨ ਬਣ ਰਿਹਾ? ਇਹਦਾ ਕਾਰਨ ਸਿਰਫ ਇੱਕੋ ਹੀ ਹੈ, ਅਸੀਂ ਆਪਣੀ ਸੁਰਤ ਨੂੰ ਆਪਣੇ ਮੁਤਾਬਕ ਜਿਹੜਾ ਯੂਜ਼ ਕਰਨਾ ਚਾਹੁੰਦੇ, ਗੁਰੂ ਦੇ ਮੁਤਾਬਕ ਅਸੀਂ ਯੂਜ਼ ਨਹੀਂ ਕਰ ਰਹੇ। ਸਤਿਗੁਰ ਪੂਜੋ, ਇਹੀ ਤੇ ਗੱਲ ਬਾਬੇ ਕਬੀਰ ਨੇ ਕਹੀ ਵੀ ਸਤਿਗੁਰ ਅਕਾਲ ਪੁਰਖ ਨੂੰ ਪੂਜੋ, ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਉਹਨੂੰ ਹੀ ਮਨਾਓ, ਉਹਦੇ ਦਰ ਤੋਂ ਹੀ ਸਾਰਾ ਕੁਝ ਮਿਲਣਾ ਹੈ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ। ਫਿਰ ਤੈਨੂੰ ਦਰਗਾਹ ਦੇ ਵਿੱਚ ਵੀ ਸੁੱਖ ਮਿਲ ਜਾਏਗਾ। ਤੂੰ ਇੱਕ ਵਾਰ ਆਸ ਲਗਾ ਤੇ ਸਹੀ, ਵਿਸ਼ਵਾਸ ਰੱਖ ਤੇ ਸਹੀ। ਜਦੋਂ ਅਸੀਂ ਸਾਧ ਸੰਗਤ ਜੀ ਇਤਿਹਾਸ ਦਾ ਪੱਖ ਪੜ੍ਹੀਏ ਨਾ, ਮੀਰ ਮਨੂ ਦੀ ਜੇਲ੍ਹ ਹੈ, ਤੁਸੀਂ ਚੇਤਾ ਕਰੋ, ਸੁਰਤ ਦੇ ਵਿੱਚ ਇੱਕ ਵਾਰੀ ਮੀਰ ਮਨੂ ਦੀ ਜੇਲ੍ਹ ਰੱਖੋ।
ਉਹਨਾਂ ਮਾਵਾਂ ਨੂੰ ਜਦੋਂ ਇਹ ਗੱਲ ਕਹੀ ਗਈ ਵੀ ਤੁਸੀਂ ਧਰਮ ਆਪਣਾ ਛੱਡ ਦਿਓ, ਤੇ ਉਹਨਾਂ ਮਾਵਾਂ ਨੇ ਬੜੇ ਮਨੇ ਹੌਸਲੇ ਦੇ ਵਿੱਚ ਬੜੇ ਜ਼ੋਰਦਾਰ ਉਹਨਾਂ ਨੂੰ ਜਵਾਬ ਦਿੱਤੇ। ਉਹਨਾਂ ਨੂੰ ਕਿਹਾ ਵੀ ਜੋ ਮਰਜ਼ੀ ਤੂੰ ਕਰ ਲੈ ਪਾਪੀਆ, ਅਸੀਂ ਆਪਣਾ ਧਰਮ ਨਹੀਂ ਤਿਆਗਣਾ, ਜੋ ਮਰਜ਼ੀ ਕਰ ਲੈ। ਉਹਨਾਂ ਦੇ ਬੱਚਿਆਂ ਨੂੰ ਚੁੱਕ ਕੇ ਨੇਜਿਆਂ ਦੇ ਥੱਲੇ, ਨੇਜੇ ਰੱਖੇ ਹੁੰਦੇ ਸਨ, ਨਿੱਕੇ ਨਿੱਕੇ ਪੀਸ ਕੀਤੇ ਗਏ ਉਹਨਾਂ ਬੱਚਿਆਂ ਦੇ। ਉਹਨਾਂ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ, ਪਰ ਉਹਨਾਂ ਮਾਵਾਂ ਦਾ ਸਿਦਕ ਜਿਹੜਾ ਹੈ ਉਹ ਡੁਲਾ ਨਹੀਂ ਸਕੇ। ਉਹਨਾਂ ਮਾਵਾਂ ਨੇ ਅਰਦਾਸਾਂ ਕੀਤੀਆਂ, 4 ਪਹਿਰ ਦਿਨ ਸੁੱਖ ਦੇ ਬਤੀਤ ਹੋਏ, 4 ਪਹਿਰ ਰਹਿਣ ਆਈ ਸੁੱਖ ਦੀ ਬਤੀਤ ਕਰਨੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੈ ਸਰਬੱਤ ਦਾ ਭਲਾ। ਇਹ ਮਾਵਾਂ ਨੇ ਅਰਦਾਸ ਕੀਤੀਆਂ ਸਨ ਉਸ ਵੇਲੇ। ਤੇ ਸੋਚੋ ਅੱਜ ਦਾ ਸਾਡਾ ਅੱਜ ਹਾਲਾਤ ਕਿੱਥੇ ਖਲੋਤੇ ਨੇ। ਅੱਜ ਨਾ ਸਾਨੂੰ ਕੋਈ ਆਰਿਆਂ ਦੇ ਵਿੱਚ ਚੀਰਿਆ ਜਾ ਰਿਹਾ, ਨਾ ਸਾਨੂੰ ਚਰਖੜੀਆਂ ਤੇ ਚੜਾਇਆ ਜਾ ਰਿਹਾ, ਨਾ ਸਾਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾ ਰਿਹਾ, ਨਾ ਸਾਨੂੰ ਦੇਗ ਦੇ ਵਿੱਚ ਉਬਾਲਾ ਖਾਣਾ ਪੈ ਰਿਹਾ, ਨਾ ਸਾਡੇ ਬੰਦ ਕੱਟੇ ਜਾ ਰਹੇ ਨੇ, ਫਿਰ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਗੀ ਹੋ ਰਹੇ ਹਾਂ। ਉਹਦਾ ਕਾਰਨ ਇਹੀ ਹੈ, ਅਸੀਂ ਸ਼ਬਦ ਦੀ ਪਹਿਚਾਨ ਤੋਂ ਕੋਹਾਂ ਦੂਰ ਜਾ ਚੁੱਕੇ। ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ। ਲੋਕ ਕਹੇ ਕਬੀਰ ਬੌਰਾਨਾ। ਲੋਕਾਂ ਨੇ ਬਾਬੇ ਕਬੀਰ ਨੂੰ ਇਸੇ ਕਰਕੇ ਪਾਗਲ ਕਿਹਾ ਕਿਉਂਕਿ ਉਹ ਸੱਚ ਦੀ ਗੱਲ ਕਰਦਾ ਸੀ, ਉਹ ਇੱਕ ਪਰਮਾਤਮਾ ਦੀ ਗੱਲ ਕਰਦਾ ਸੀ। ਤੇ ਇਹ ਚੀਜ਼ ਜਿਹੜੀ ਸੀ ਲੋਕਾਂ ਨੂੰ ਚੁੱਭਦੀ ਸੀ, ਜਿਹੜੇ ਪੁਜਾਰੀਵਾਦ ਸਨ ਉਹਨਾਂ ਨੂੰ ਚੁੱਭਦੀ ਸੀ ਵੀ ਇਹ ਸੱਚ ਕਹਿੰਦਾ ਤੇ ਇਹਦਾ ਸੱਚ ਅਸੀਂ ਜਿਉਂਦਾ ਨਹੀਂ ਰਿਹਾ। ਅੱਜ ਵੀ ਵੇਖ ਲਓ, ਅੱਜ ਵੀ ਸਾਡੇ ਸਮਾਜ ਦੇ ਵਿੱਚ ਜਿਹੜਾ ਸੱਚ ਕਹਿੰਦਾ ਕਹਿੰਦੇ ਇਹਨਾਂ ਨੂੰ ਪਰਾਂ ਕਰ ਦਿਓ, ਇਹਨਾਂ ਨੂੰ ਸਾਈਡ ਕਰ ਦਿਓ, ਕਿਉਂਕਿ ਸੱਚ ਜਿਹੜਾ ਹੈ ਉਹ ਕੜਵਾ ਹੁੰਦਾ। ਜਿਨ ਕੈ ਚਿਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ। ਕਿਉਂ? ਉੱਥੇ ਸੱਚ ਵਰਤਦਾ, ਕੁੜਿਆਰਾ ਚਿਤ ਉਦਾਸ। ਉੱਥੇ ਸੱਚ ਦੀ ਗੱਲ ਹੁੰਦੀ ਹੈ, ਸੱਚ ਦੀ ਦੁਕਾਨਦਾਰੀ ਹੁੰਦੀ ਹੈ। ਤੇ ਜਿੱਥੇ ਸੱਚ ਦੀ ਵਿਚਾਰ ਹੋਵੇ ਨਾ, ਉੱਥੇ ਕੂੜ ਆਪੇ ਆਪ ਪਰਾਂ ਹੋ ਜਾਂਦਾ। ਇਸ ਕਰਕੇ ਬਾਬੇ ਕਬੀਰ ਨੇ ਬੜੀ ਕਮਾਲ ਦੀ ਗੱਲ ਕਹੀ। ਬਾਬਾ ਕਬੀਰ ਜੀ ਅੱਗੇ ਕਹਿੰਦੇ ਵੀ ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾਹ ਸੁਖ ਪਾਵੋ। ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਹਮ ਰਾਮ ਪਛਾਨਾ। ਕਹਿੰਦੇ ਲੋਕ ਮੈਨੂੰ 1000 ਵਾਰ ਭਾਵੇਂ ਪਾਗਲ ਕਹਿ ਦੇਣ, ਮੈਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ। ਮੈਨੂੰ ਉਹ ਪਰਮਾਤਮਾ ਅਕਾਲ ਪੁਰਖ ਜਾਣਦਾ ਹੈ ਵੀ ਮੇਰੇ ਮਨ ਦੇ ਵਿੱਚ ਕੀ ਹੈ। ਇਸੇ ਤਰੀਕੇ ਜਦੋਂ ਅਸੀਂ ਵੀ ਆਪਣੇ ਮਨ ਨੂੰ ਇੱਦਾਂ ਪੱਕਾ ਰੱਖਾਂਗੇ ਨਾ, ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਬੰਦਾ ਹੋਵੇ, ਉਹ ਸਾਡਾ ਸਿਰ ਝੁਕਾ ਨਹੀਂ ਪਾਵੇਗਾ ਕਿਸੇ ਵੀ ਮਸਲੇ ਦੇ ਵਿੱਚ। ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚਿੰਤਾਵਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਕਿ ਅਸੀਂ ਡੋਲ ਜਾਂਦੇ ਹਾਂ। ਸਾਡਾ ਮਨ ਜਿਹੜਾ ਉਹ ਡੋਲਦਾ, ਡਰਦਾ ਹੈ। ਤੁਸੀਂ ਸੋਚੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਦੋਂ ਸ਼ਹਾਦਤ ਹੁੰਦੀ ਹੈ, ਤੁਸੀਂ ਅੰਦਾਜ਼ਾ ਲਾਓ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਜਦੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਰੱਖਿਆ ਜਾਂਦਾ ਹੈ, ਉਦੋਂ ਉਦੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੀ ਉਮਰ ਇਤਿਹਾਸਕਾਰ ਲਿਖਦੇ ਨੇ 9.5 ਸਾਲ ਦੀ 9 ਸਾਲ ਦੀ ਆਰਜ਼ੂ ਸੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ। ਅੱਗੇ ਆ ਜਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਜਦੋਂ ਵੇਲਾ ਆਉਂਦਾ ਹੈ, ਬੰਦਾ ਸਿੰਘ ਬਹਾਦਰ ਦੇ ਪੁੱਤਰ ਦੀ ਉਮਰ 4 ਸਾਲ ਹੈ ਤੇ ਉਹਦੇ ਪੁੱਤਰ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ, ਪਰ ਉਹ ਘਬਰਾਉਂਦਾ ਨਹੀਂ। ਸੁਬੇਗ ਸਿੰਘ ਸਾਹਬਾ ਸਿੰਘ ਸਕੇ ਪਿਓ ਪੁੱਤਰ ਨੇ, ਤੇ ਸੁਬੇਗ ਸਿੰਘ ਨੂੰ ਉਹਦੇ ਸਾਹਮਣੇ ਕਿਹਾ ਜਾਂਦਾ ਤੇਰੇ ਪੁੱਤਰ ਨੂੰ ਚਰਖੜੀਆਂ ਦੇ ਵਿੱਚ ਚਾੜ ਦਿੱਤਾ ਜਾਏਗਾ, ਤੂੰ ਆਪਣੀ ਕੁਲ ਨੂੰ ਤੇ ਬਚਾ ਲੈ, ਇੱਕੋ ਇੱਕ ਤੇਰਾ ਪੁੱਤਰ ਹੈ, ਇੱਕ ਕੁਲ ਤੇ ਬਚਾ ਕੇ ਰੱਖ। ਤੇ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਉਸ ਮੇ ਜ਼ਾਲਮਾਂ ਨੂੰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖੇ ਕੌਣ ਵਡਾਈ। ਕਹਿੰਦੇ ਤੂੰ ਇੱਕ ਕੁਲ ਦੀ ਗੱਲ ਕਹਿੰਦਾ ਮੈਂ ਆਪਣੇ ਗੁਰੂ ਤੇ ਇਦਾਂ ਦੇ 100 ਪੁੱਤਰ ਵਾਰ ਸਕਦਾ, ਜਿਨ੍ਹਾਂ ਨੇ ਮੇਰੇ ਵਾਸਤੇ 4 ਵਾਰੇ, ਮੈਂ ਉਹਦੇ ਤੋਂ ਇੱਕ ਨਹੀਂ ਵਾਰ ਸਕਦਾ। ਕਹਿੰਦੇ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖੇ ਕੌਣ ਵਡਾਈ। ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ। ਸਾਡੇ ਦਿਮਾਗ ਦੇ ਵਿੱਚ ਅੱਜ ਪਤਾ ਨਹੀਂ ਕਿਉਂ ਸਾਨੂੰ ਗੁਰਬਾਣੀ, ਵੈਸੇ ਤੇ ਗੁਰਬਾਣੀ ਪੜ੍ਹੀ ਬਹੁਤ ਜਾ ਰਹੀ ਹੈ ਸਾਧ ਸੰਗਤ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਅਸੀਂ ਮੁਨਕਰ ਨਹੀਂ ਹੋ ਸਕਦੇ, ਪਰ ਗੁਰਬਾਣੀ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੈ। ਗੁਰਬਾਣੀ ਨੂੰ ਸਮਝ ਕੇ ਪੜ੍ਹਨ ਵਾਲਾ ਬਹੁਤ ਵਿਰਲੇ ਹੀ ਮਿਲਣਗੇ ਤੁਹਾਨੂੰ, ਜਿਨ੍ਹਾਂ ਨੇ ਗੁਰਬਾਣੀ ਆਪ ਨੇੜੇ ਹੋ ਕੇ ਪੜ੍ਹੀ ਹੋਣੀ। ਜਦੋਂ ਗੁਰਬਾਣੀ ਨੂੰ ਆਪ ਨੇੜੇ ਹੋ ਕੇ ਪੜ੍ਹੋਗੇ, ਆਪ ਗੁਰਬਾਣੀ ਦੇ ਇੱਕ ਚੀਜ਼ ਤੁਸੀਂ ਆਪਣੇ ਜੀਵਨ ਦੇ ਵਿੱਚ ਹੋਰ ਰੱਖੋ, ਗੁਰਬਾਣੀ ਨੂੰ ਅਰਥਾਂ ਸਹਿਤ ਪੜ੍ਹੋ, ਪ੍ਰੋਫੈਸਰ ਸਾਹਿਬ ਸਿੰਘ ਦੀ ਸਟੀਕ ਰੱਖੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਅੱਜ ਮੈਂ ਜਿਸ ਚੀਜ਼ ਦੀ ਵਿਚਾਰ ਕਰ ਰਹੀ ਹਾਂ ਨਾ ਜਾਂ ਕਰ ਰਿਹਾ ਵਾਂ,
ਗੁਰਬਾਣੀ ਇਸ ਬਾਰੇ ਮੈਨੂੰ ਮਨਾ ਕਰਦੀ ਹੈ, ਮੈਂ ਇਹ ਕੰਮ ਨਹੀਂ ਕਰਨਾ। ਗੁਰਬਾਣੀ ਮੈਨੂੰ ਇਹ ਕੰਮ ਕਰਨ ਨੂੰ ਕਹਿੰਦੀ ਹੈ, ਮੈਂ ਇਹ ਕੰਮ ਕਰਨਾ। ਪੁੱਤਰ ਦਾ ਆਨੰਦ ਕਾਰਜ ਹੈ, ਧੀ ਦਾ ਆਨੰਦ ਕਾਰਜ ਹੈ, ਸਾਡੇ ਘਰ ਦੇ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਬੱਚੇ ਦਾ ਜਨਮ ਦਿਨ ਹੈ, ਮੈਂ ਗੁਰਮਤ ਅਨੁਸਾਰ ਕਰਨਾ ਹੈ, ਮੈਂ ਗੁਰੂ ਦੇ ਹੁਕਮ ਅਨੁਸਾਰ ਕਰਨਾ ਹੈ। ਵੇਖੋ ਫਿਰ ਤੁਹਾਡਾ ਜੀਵਨ ਕਿੱਦਾਂ ਖੂਬਸੂਰਤ ਹੋਵੇਗਾ। ਇੱਕ ਵਾਰ ਕਰਕੇ ਤਾਂ ਵੇਖੋ, ਤਾਂ ਸਾਨੂੰ ਪਤਾ ਲੱਗੇਗਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਿੰਨੀ ਕਮਾਲ ਤੇ ਕਿੰਨੀ ਬਿਹਤਰੀਨ ਤਰੀਕੇ ਨਾਲ ਸਾਨੂੰ ਸੱਚ ਦੀ ਗੱਲ ਦੱਸਦੀ ਹੈ ਤੇ ਸਾਨੂੰ ਸਮਝਾਉਂਦੀ ਵੀ ਹੈ ਇਸ ਗੱਲ ਨੂੰ ਕਿ ਵੀ ਤੁਸੀਂ ਰੱਬ ਦੇ ਅਸੂਲਾਂ ਤੇ ਤੁਰੋ, ਰੱਬ ਦੇ ਨਿਯਮਾਂ ਤੇ ਤੁਰੋ। ਤੁਸੀਂ ਵੇਖੋ, ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ। ਸਾਧ ਸੰਗਤ ਜੀ, ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਨਾ, ਗੁਰਦੁਆਰੇ ਜਾ ਕੇ ਜਦੋਂ ਅਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਹੀ ਸਾਹਮਣੇ ਅਸੀਂ ਨਮਸਕਾਰ ਕਰਦੇ ਹਾਂ, ਸਿਰ ਝੁਕਾਉਂਦੇ ਹਾਂ। ਤੁਸੀਂ ਕਦੀ ਗੌਰ ਕਰਿਓ, ਉਹ ਸਿਰ ਝੁਕਾਉਣ ਦਾ ਅਰਥ ਪਤਾ ਕੀ ਹੈ? ਉਹ ਸਿਰ ਝੁਕਾਉਣ ਦਾ ਅਰਥ ਇਹ ਹੋਇਆ ਵੀ ਸਤਿਗੁਰ ਅਕਾਲ ਪੁਰਖ ਮਹਾਰਾਜ ਜੀ, ਅੱਜ ਤੋਂ ਬਾਅਦ ਮੈਂ ਆਪਣੀ ਮੱਤ ਤਿਆਗੀ ਤੇ ਤੁਹਾਡੀ ਮੱਤ ਗ੍ਰਹਿਣ ਕਰ ਲਈ। ਇਹ ਸਾਡਾ ਸਿਰ ਝੁਕਾਉਣ ਦਾ ਅਰਥ ਇਹੀ ਹੈ। ਪਰ ਅਸੀਂ ਕਰਦੇ ਕੀ ਹਾਂ? ਮੱਥਾ ਤੇ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਫਿਰ ਜਾ ਕੇ ਬਾਹਰ ਜਾ ਕੇ ਕਿਤੇ ਨਾ ਕਿਤੇ ਖੇ ਖਾਂਦੇ ਹਾਂ, ਫਿਰ ਜਾ ਕੇ ਬਾਹਰ ਜਾ ਕੇ ਕਿਤੇ ਨਾ ਕਿਤੇ ਕਿਸੇ ਪਖੰਡੀਆਂ ਕੋਲ, ਜੋਤਸ਼ੀਆਂ ਕੋਲੋਂ ਆਪਣੇ ਹੱਥ ਵਿਖਾਉਂਦੇ ਵੀ ਵੇਖੋ ਮੇਰਾ ਭਵਿੱਖ ਕਿਹੋ ਜਿਹਾ ਹੋਵੇਗਾ। ਨਾ ਕਰੋ ਇਦਾਂ ਦਾ ਕੰਮ। ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ, ਗੁਰੂ ਤੇ ਭਰੋਸਾ ਰੱਖੋ। 4 ਸਾਹਿਬਜ਼ਾਦੇ ਗੁਰੂ ਨੇ ਸਾਡੇ ਤੋਂ ਵਾਰੇ ਨੇ। ਉਹ ਤੁਹਾਡੇ ਤੋਂ ਗੁਰੂ ਵੇਖਣਾ ਚਾਹੁੰਦਾ ਸੀ ਵੀ ਮੇਰੇ ਸਾਹਿਬਜ਼ਾਦੇ ਇਹਨਾਂ ਵਿੱਚੋਂ ਨਜ਼ਰ ਆਣ। ਇਸ ਪੁੱਤਰਨ ਕੇ ਸੀਸ ਪਰਵਾਰ ਦੀਏ ਸੁੱਤ 4। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਕਹੀ ਹੋਣੀ ਹੈ ਵੀ ਇਸ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ 4, 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿਉਂ ਕਿਹਾ ਗੁਰੂ ਨੇ? ਕਿਉਂਕਿ ਉਹ ਤੁਹਾਡੇ ਤੋਂ ਵੇਖਣਾ ਚਾਹੁੰਦੇ ਸੀ, ਸਾਡੇ ਤੋਂ ਵੇਖਣਾ ਚਾਹੁੰਦੇ ਸੀ ਵੀ ਇਹਨਾਂ ਵਿੱਚੋਂ ਮੈਂ ਆਪਣੇ ਸਾਹਿਬਜ਼ਾਦੇ ਵੇਖਾਂਗਾ। ਚਾਹੇ ਉਹ ਮੇਰੀ ਸਤਿਕਾਰਯੋਗ ਭੈਣ ਹੈ, ਚਾਹੇ ਉਹ ਮੇਰੀ ਸਤਿਕਾਰਯੋਗ ਮੇਰੇ ਵੀਰ ਨੇ। ਉਹ ਮੇਰੇ ਵੀਰੋ, ਮੇਰੀ ਇਹ ਸਤਿਕਾਰਯੋਗ ਨੌਜਵਾਨ ਭੈਣੋ, ਤੁਸੀਂ ਜਾਗੋ। ਜਦੋਂ ਤੁਸੀਂ ਜਾਗੋਗੇ ਨਾ, ਤੁਸੀਂ ਗੁਰਬਾਣੀ ਨੂੰ ਆਪ ਪੜ੍ਹਨ ਲੱਗੋਗੇ ਨਾ, ਯਕੀਨ ਮੰਨਿਓ ਸਾਡੇ ਵਿੱਚ ਕ੍ਰਾਂਤੀ ਜ਼ਰੂਰ ਆਵੇਗੀ। ਸਾਨੂੰ ਪਤਾ ਲੱਗੇਗਾ ਵੀ ਰੱਬ ਦਾ ਸੰਕਲਪ ਅਸਲ ਦੇ ਵਿੱਚ ਹੈ ਕੀ, ਰੱਬ ਦੀ ਡੈਫੀਨੇਸ਼ਨ ਹੈ ਕੀ। ਸ਼ਰੀਰਾਂ ਦੇ ਮਗਰ ਨਾ ਭੱਜੋ। ਅੱਜ ਸਾਡੀਆਂ ਬਜ਼ੁਰਗ, ਮੈਂ ਕਈ ਵੇਖਦਾ ਮਾਤਾਵਾਂ ਬਜ਼ੁਰਗ ਸਾਡੇ ਜਾ ਕੇ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ, ਉਹਨਾਂ ਦੇ ਪੈਰ ਘੁੱਟਦੇ ਨੇ। ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਕਿੰਨਾ ਆਜ਼ਾਦ ਭਰਿਆ ਸਾਡਾ ਇਹ ਸਿੱਖੀ ਦਾ ਵਿਹੜਾ ਸੀ। ਅਸੀਂ ਇਸ ਵਿਹੜੇ ਦੇ ਵਿੱਚ ਸੱਚ ਦੀ ਜਿਹੜੀ ਹੈ ਫਸਲ ਬੀਜ ਨਹੀਂ ਪਾਏ। ਇਹਦੇ ਕਰਕੇ ਸਾਡਾ ਅੱਜ ਨੁਕਸਾਨ ਹੋ ਰਿਹਾ। ਸੋ ਸਾਧ ਸੰਗਤ ਜੀ, ਅਸੀਂ ਸਾਰੇ ਧਈਆ ਕਰੀਏ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਦੋਂ ਇਹ ਸੰਕਲਪ ਲੈ ਕੇ ਸਾਡਾ ਇਹ ਮਨ ਤੁਰੇਗਾ, ਯਕੀਨ ਮੰਨਿਓ ਸਾਡਾ ਜੀਵਨ ਖੂਬਸੂਰਤ ਹੋਵੇਗਾ। ਸਾਡੇ ਜੀਵਨ ਦੇ ਵਿੱਚ ਜਿਹੜੀ ਆ ਖੁਸ਼ਹਾਲੀ ਆ ਜਾਵੇਗੀ। ਸਾਡਾ ਜੀਵਨ ਜਿਹੜਾ ਹੈ ਰੌਸ਼ਨੀ ਭਰਾ ਹੋ ਜਾਏਗਾ। ਇਹ ਗੱਲ ਮੰਨ ਕੇ ਚਲੋ ਤੇ ਗੁਰੂ ਦੇ ਹੁਕਮਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿਓ। ਸਾਡੇ ਜੀਵਨ ਦੇ ਵਿੱਚ ਸ਼ਾਂਤੀ ਆਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਤੁਸੀਂ ਰੋਜ਼ ਗੁਰਬਾਣੀ ਪੜ੍ਹਨੀ ਹੈ, ਅਰਥਾ ਸਹਿਤ ਪੜ੍ਹਨੀ ਹੈ। ਇਹ ਮੈਂ ਇੱਕ ਵਾਰ ਫਿਰ ਬੇਨਤੀ ਕਰ ਦੇਵਾਂ ਤਾਂ ਕਿ ਸਾਡਾ ਜੀਵਨ ਜਿਹੜਾ ਹੈ, ਅਸੀਂ ਆਪਣੇ ਬੱਚਿਆਂ ਨੂੰ ਵੀ ਚੰਗਾ ਬਣਾਉਣਾ ਹੈ ਤੇ ਆਪ ਵੀ ਗੁਰੂ ਵੱਲ ਲੱਗਣ ਦਾ ਯਤਨ ਕਰਨਾ ਹੈ। ਬਹੁਤ ਬਹੁਤ ਧੰਨਵਾਦ। ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਜੇ ਕੋਈ ਵੱਧ ਘੱਟ ਗੱਲ ਬੋਲਤੀ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਜਿਹੜੀ ਗੱਲ ਚੰਗੀ ਲੱਗੀ ਹੋਵੇ, ਮੇਰੀ ਨਹੀਂ ਗੁਰੂ ਦੀ ਸਮਝ ਕੇ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਜ਼ਰੂਰ ਕਰਨਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।